ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਚੈਨਲ ਜਸ ਟੀਵੀ ਵਿੱਚ। ਅੱਜ ਦੀ ਵੀਡੀਓ 'ਚ ਆਪਾਂ ਕੋਡਿੰਗ ਡੀਕੋਡਿੰਗ ਤੇ ਗੱਲ ਕਰਾਂਗੇ। ਉਹਦੇ ਸਾਰੇ ਸਵਾਲ ਹੱਲ ਕਰਕੇ ਦੇਖਾਂਗੇ। ਇਹ ਬਹੁਤ ਜ਼ਰੂਰੀ ਵਿਸ਼ਾ, ਅਸੀਂ ਕਿਸੇ ਵੀ ਟੈਸਟ ਦੀ ਤਿਆਰੀ ਕਰ ਰਹੇ ਹਾਂ ਨਾ, ਅਸੀਂ ਕੋਈ ਭਰਤੀ ਵਾਲਾ ਪੇਪਰ ਦੇਣਾ, ਜਿਵੇਂ ਹੁਣ ਪੰਜਾਬ ਪੁਲਿਸ ਚੱਲ ਰਿਹਾ ਗਾ, ਪੋਸਟਾਂ ਨਿਕਲੀਆਂ ਹੋਈਆਂ, ਆਪਾਂ ਤਿਆਰੀ ਕਰ ਰਹੇ ਹਾਂ, ਉਹਦੇ ਲਈ ਇਹ ਬੜਾ ਇੰਪੋਰਟੈਂਟ ਟੌਪਿਕ ਆ। ਅਸੀਂ ਅਕਸਰ ਜਦੋਂ ਦੇਖਦੇ ਹਾਂ ਜਿਹੜੇ ਨਾ ਸੈਂਪਲ ਪੇਪਰ ਹੁੰਦੇ ਨੇ ਜਾਂ ਮੌਕ ਟੈਸਟ ਹੁੰਦੇ ਨੇ, ਉਹਨਾਂ 'ਚ ਸਾਨੂੰ ਇਹ ABC ਵਾਲੇ ਬੜੇ ਪ੍ਰਸ਼ਨ ਹੁੰਦੇ ਨੇ। ਉੱਥੇ ਲਿਖਿਆ ਹੁੰਦਾ ਇਫ ਬੀਟ ਇਕੁਅਲ ਟੂ ਆਹ, ਰੋਡ ਇਕੁਅਲ ਟੂ ਆਹ, ਇਹ ਦੱਸੋ। ਇਹ ਹੁੰਦਾ ਕੋਡਿੰਗ ਡੀਕੋਡਿੰਗ। ਦੇਖੋ, ਕੋਡਿੰਗ ਮਤਲਬ ਕਿਸੇ ਚੀਜ਼ ਨੂੰ ਕੋਡ ਦੇ ਵਿੱਚ ਬੰਨ੍ਹ ਲੈਣਾ। ਮੰਨ ਲਓ ਆਪਾਂ ਤੁਹਾਨੂੰ ਦੱਸਤਾ ਵੀ A ਦਾ ਕੋਡ ਆ ਜਿਹੜਾ ਉਹ 2 ਆ, ਅਸੀਂ ਰੱਖਤਾ ਵੀ A ਦਾ ਕੋਡ 2 ਆ, B ਦਾ ਕੋਡ ਆਪਾਂ ਰੱਖਤਾ 3 ਤੇ T ਦਾ ਕੋਡ ਆਪਾਂ ਰੱਖਤਾ 5। ਉਹੀ ਕੋਡ ਰੱਖਦਾ ਆਪਦੇ ਕੋਲੋਂ। ਮੰਨ ਲਿਆ ਜਿਵੇਂ ਆਪਾਂ ਕੋਡ ਵਾਰਡ ਖੇਡਦੇ ਹੁੰਦੇ ਸੀ ਨਾ ਨਿੱਕੇ ਹੁੰਦੇ, ਜਾਂ ਆਪਾਂ ਕਹਿੰਦੇ ਵੀ ਚੱਲ ਤੇਰਾ ਨਾਂ ਤੇਰਾ ਕੋਡ ਆਹ ਰੱਖਿਆ, ਠੀਕ ਆ, ਮੈਂ ਤੇਰਾ ਆਹ ਕੋਡ ਲਾਤਾ, ਤੇਰਾ ਆਹ ਨੰਬਰ ਲਾਤਾ। ਕੋਡ ਵਾਰਡ 'ਚ ਕਈ ਵਾਰੀ ਆਪਾਂ ਬੁਲਾਉਂਦੇ ਹੁੰਦੇ ਸੀ ਇੱਕ ਦੂਜੇ ਨੂੰ, ਆਪਾਂ ਨਾਂ ਜੇ ਐਂ ਰੱਖੇ ਹੁੰਦੇ ਆ। ਉਵੇਂ ਇੱਥੇ A ਨੂੰ ਆਪਾਂ ਦੂਆ ਮੰਨ ਲਿਆ, ਉਹੀ ਮੰਨ ਲਿਆ ਜਿਵੇਂ ਮਰਜ਼ੀ ਆ। B ਨੂੰ ਤੀਆ ਮੰਨ ਲਿਆ, T ਨੂੰ 5 ਮੰਨ ਲਿਆ। ਹੁਣ ਸਾਨੂੰ ਉਹ ਕਹਿੰਦਾ ਵੀ ਜੇ ਬੈਟ, ਜੇ ਤੁਸੀਂ ਬੈਟ ਕਹਿਣਾ ਤਾਂ ਤੁਸੀਂ ਕੀ ਕਹੋਗੇ? B ਕੀ ਹੁੰਦਾ ਸਾਡੇ ਕੋਲ? ਤੀਆ ਹੈ ਨਾ। A ਸਾਡੇ ਕੋਲ ਦੂਆ, T ਸਾਡੇ ਕੋਲ 5 ਆ। ਆਪਾਂ ਕਹਿੰਦਾਂਗੇ ਉਹ 325 ਦੇਈ ਯਾਰ। ਜਦੋਂ ਸਾਡੀ ਕੋਡਿੰਗ ਕਰੀ ਹੋਈ ਉਹ ਸਾਹਮਣੇ ਵਾਲੇ ਨੇ ਉਹਨੂੰ ਡੀ ਕੋਡ ਕਰ ਲੈਣਾ। ਅਸੀਂ ਤਾਂ ਇਹਦੀ ਕਰਤੀ ਬੈਟ ਦੀ ਕੋਡਿੰਗ 325 ਚ ਬੋਲੇ, ਸਾਹਮਣੇ ਵਾਲਾ ਇਹਨੂੰ ਕਰੂਗਾ ਡੀ ਕੋਡ। ਉਹ ਦੇਖੂਗਾ ਵੀ ਅੱਛਾ ਤੀਏ ਤੇ B ਮੰਨੀ ਹੋਈ ਆ, ਇਹਦੇ ਤੇ ਆ ਮੰਨੀ ਹੋਈ ਆ, ਅੱਛਾ 325 ਦਾ ਮਤਲਬ ਤੀਏ ਤੇ ਮੰਨੀ ਹੋਈ ਆ B, ਦੂਏ ਤੇ ਮੰਨੀ ਹੋਈ ਆ A, 5 ਤੇ ਮੰਨੀ ਆ T। ਉਹ ਇਹਨੂੰ ਦੁਬਾਰੇ ਫੇਰ ਬੈਟ ਤੇ ਲਿਆਓ, ਉਹ ਸਮਝ ਜੂ ਵੀ ਅੱਛਾ ਬੈਟ ਦੀ ਗੱਲ ਕਰੀ ਜਾਂਦਾ, ਠੀਕ ਆ ਭਾਈ, ਹੈ ਨਾ। ਆਪਾਂ ਕੋਡਿੰਗ ਕਰਦੇ ਹੁੰਦੇ ਸੀ ਸਕੂਲ 'ਚ ਵੀ, ਕਈ ਵਾਰੀ ਕਰ ਲੈਂਦੇ ਸੀਗੇ ਵੀ ਹਾਂ ਕਿਸੇ ਨੂੰ ਦੂਜੇ ਨੂੰ ਪਤਾ ਨਾ ਲੱਗੇ ਸਾਡੀ ਆਪਦੀ ਕੋਡ ਵਾਰਡ ਨੇ। ਇਹ ਅਸੀਂ ਕੋਡ ਵਾਰਡ ਲਾਏ ਹੋਏ ਆ। ਇੱਕ ਬੰਦੇ ਨੇ ਇੱਥੋਂ ਕੋਡ ਵਾਰਡ 'ਚ ਬੋਲਿਆ, ਦੂਜੇ ਨੇ ਉਹਨੂੰ ਡੀ ਕੋਡ ਕਰ ਲਿਆ। ਉਹਦਾ ਜਿਹੜੀ ਅਸਲੀ ਗੱਲ ਸੀ ਉਹ ਉਹਦੇ ਤੋਂ ਤਾਰ ਲਈ, ਸਮਝ ਲਈ, ਠੀਕ ਆ। ਉਹਨੂੰ ਲੱਗ ਗਿਆ ਪਤਾ ਵੀ ਇਹ ਬੈਟ ਦੀ ਗੱਲ ਕਰ ਰਿਹਾ। ਓਕੇ ਹੋ ਗਿਆ ਜੀ। ਇਹ ਆ ਕੋਡਿੰਗ ਤੇ ਡੀਕੋਡਿੰਗ। ਅੱਜ ਆਪਾਂ ਕਰਾਂਗੇ ਜਦੋਂ ਸਾਨੂੰ ਆਹ ਅੰਗਰੇਜ਼ੀ ਵਾਲੇ 26 ਅੱਖਰ ਨੇ, ਸਾਨੂੰ ਪਤਾ A ਤੋਂ ਲੈ ਕੇ Z ਤੱਕ 26 ਅੱਖਰ ਹੁੰਦੇ ਨੇ। ਜਦੋਂ ਇਹਨਾਂ ਦੇ ਵਿੱਚ ਸਾਨੂੰ ਕੋਡਿੰਗ ਡੀਕੋਡਿੰਗ ਆ ਜਾਂਦੀ, ਅਸੀਂ ਕਿਵੇਂ ਕਰਨਾ ਹੁੰਦਾ। ਬੜਾ ਧਿਆਨ ਬਣਾ ਕੇ ਰੱਖਿਓ। ਅੱਜ ਤੋਂ ਬਾਅਦ ਤੁਹਾਨੂੰ ਇਹ ABC ਵਾਲਾ ਪ੍ਰਸ਼ਨ ਕਦੇ ਤੰਗ ਨਹੀਂ ਕਰੂਗਾ, ਇਹ ਪੱਕੀ ਗੱਲ ਆ। ਤੇ ਅਖੀਰ ਤੇ ਤੁਹਾਨੂੰ ਐਕਸਰਸਾਈਜ਼ ਵੀ ਦੇਵਾਂਗੇ, ਉਹ ਹੱਲ ਕਰਕੇ ਦੇਖ ਲਿਓ, ਸਾਰੀ ਹੱਲ ਹੋ ਜਾਣੀ ਆ। ਬਸ ਵੀਡੀਓ ਨੂੰ ਐਂਡ ਤੱਕ ਦੇਖ ਲਿਓ। ਪੰਗਾ ਇਹੀ ਪੈਂਦਾ, ਅਸੀਂ ਅੱਧ ਵਿਚਾਲਿਓਂ ਭੱਜ ਜਾਂਦੇ ਆ, ਫਿਰ ਜਿਹੜਾ ਸਾਡਾ ਕਨਸੈਪਟ ਆ ਉਹ ਪੂਰਾ ਤਾਂ ਕਲੀਅਰ ਹੁੰਦਾ ਹੀ ਨਹੀਂ। ਲਓ ਹੁਣ ਧਿਆਨ ਬਣਾ ਕੇ ਰੱਖੋ। ਪਹਿਲਾ ਸਵਾਲ ਆਪਾਂ ਸ਼ੁਰੂ ਕਰਦੇ ਹਾਂ। ਉਦੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਵੀ A ਤੋਂ ਲੈ ਕੇ Z ਤੱਕ ਜੇ ਅਸੀਂ ਹਰੇਕ ਅੱਖਰ ਦਾ ਜਿਹੜਾ ਨੰਬਰ ਆ ਵੀ ਉਹ ਕਿੰਨੇ ਨੰਬਰ ਤੇ, ਜਿਵੇਂ A ਪਹਿਲੇ ਨੰਬਰ ਤੇ ਆ, Z 26ਵੇਂ ਨੰਬਰ ਤੇ ਆ, ਇਹਦਾ ਮਤਲਬ 1 ਤੋਂ ਲੈ ਕੇ 25 ਤੱਕ, ਹੈ ਨਾ। ਵਿੱਚ ਲਿਖਿਆ Z 26ਵੇਂ ਤੇ 2 ਤੋਂ 25 ਤੱਕ। ਸਾਨੂੰ ਹਰੇਕ ਦਾ ਜੇ ਨੰਬਰ ਵੀ ਆ ਐਵੇਂ ਨੰਬਰ ਤੇ ਆ ਐਵੇਂ ਨੰਬਰ ਤੇ ਜੇ ਪਤਾ ਹੋਵੇ, ਯਾਦ ਹੋਵੇ, ਬੜੀ ਵਧੀਆ ਗੱਲ ਆ। ਤੇ ਅਗਲੀ ਗੱਲ ਇਹ ਆ ਜਾਂਦੀ ਵੀ ਇਹਨਾਂ ਨੂੰ ਯਾਦ ਕਿਵੇਂ ਰੱਖੀਏ। ਚਲੋ ਜੇ ਤਾਂ ਤੁਸੀਂ ਸਿੱਧੇ ਹੀ 26 ਤੇ 26 ਯਾਦ ਕਰ ਲਏ ਤਾਂ ਵੀ ਵਧੀਆ ਗੱਲ ਆ। ਨਹੀਂ ਆਪਾਂ ਕੀ ਕਰਨਾ ਹੁੰਦਾ, ਇਹਨੂੰ 5 ਚ 5 ਚ ਬ੍ਰੇਕ ਕਰ ਲਈਏ ਵੀ ਦੇਖੋ A ਪਹਿਲਾ ਸਾਰਿਆਂ ਦੇ ਯਾਦ ਆ, Z 26ਵਾਂ ਉਹ ਵੀ ਸਾਰਿਆਂ ਦੇ ਯਾਦ ਆ, ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ। ਉਦੋਂ ਬਾਅਦ 5ਵਾਂ ਯਾਦ ਰੱਖ ਲਓ, E ਆ ਜਿਹੜਾ ਉਹ 5ਵਾਂ ਰੱਖ ਲਿਆ ਯਾਦ। ਉਦੋਂ ਬਾਅਦ 10ਵਾਂ ਜਿਹੜਾ J ਆ ਉਹ 10ਵਾਂ। ਉਦੋਂ ਬਾਅਦ ਜਿਹੜਾ O ਆ ਉਹ 15ਵਾਂ ਤੇ ਜਿਹੜਾ ਸਾਡੇ ਕੋਲੇ T ਆ ਉਹ 20ਵਾਂ। ਇਹ ਯਾਦ ਰੱਖ ਲਓ 5 10 15 ਤੇ 20। 5 10 15 20, 1 2 3 4, ਇਹ ਚਾਰੇ ਯਾਦ ਰੱਖਣੇ ਨੇ। ਸਾਨੂੰ ਸਾਰਾ ਯਾਦ ਹੋ ਜਾਣਾ। ਕਿਵੇਂ ਹੋ ਜਾਣਾ? ਹੁਣ ਮੰਨ ਲਓ ਜੇ ਸਾਨੂੰ F ਪੁੱਛ ਲਿਆ, ਅਸੀਂ ਕਹਾਂਗੇ E ਤੋਂ ਬਾਅਦ F ਆਉਂਦਾ, E 5ਵਾਂ ਹੁੰਦਾ, F 6ਵਾਂ ਹੁੰਦਾ, ਨਿਬੜ ਗਿਆ ਕੰਮ। ਸਾਨੂੰ ਕਿਸੇ ਨੇ ਕਹਿਤਾ ਭਾਈ U ਆ ਗਿਆ, ਸਾਨੂੰ ਪਤਾ T 20ਵਾਂ ਹੁੰਦਾ, U ਉਦੋਂ ਅਗਲਾ ਹੁੰਦਾ 21ਵਾਂ ਹੋ ਗਿਆ। ਸਾਨੂੰ ਕਿਸੇ ਨੇ S ਕਹਿਤਾ, S ਉਦੋਂ ਪਿੱਛੇ ਹੁੰਦਾ T ਤੋਂ, T 20ਵਾਂ ਤਾਂ S 19ਵਾਂ ਹੋ ਗਿਆ। ABC ਤਾਂ ਚਲੋ ਯਾਦ ਹੁੰਦੀ ਹੈ ਸਾਰਿਆਂ ਦੇ, ਇਹ ਤਾਂ ਨਹੀਂ ਹੈ ਕਿਤੇ ਵੀ ABC ਵੀ ਨਹੀਂ ਯਾਦ ਆ, ਫਿਰ ABC ਯਾਦ ਕਰ ਲਓ ਪਹਿਲਾਂ। ABC ਆਪਾਂ ਸਾਰੀ ਯਾਦ ਕਰਕੇ ਉਦੋਂ ਬਾਅਦ ਸਾਰੇ ਨੰਬਰ ਯਾਦ ਕਰ ਲੈਣੇ, ਪਟਕ ਪਟਕ ਬੁੱਝੀ ਚੱਲਾਂਗੇ। ਜਾਂ ਇੱਕ ਹੋਰ ਬੜਾ ਵਧੀਆ ਤਰੀਕਾ ਗਾ, ਇੱਕ ਵਿੱਚ ਆਪਾਂ ਹੋਰ ਵੀ ਸ਼ਾਰਟਕਟ ਲਾ ਸਕਦੇ ਹਾਂ ਵੀ ਸਾਡੇ ਨਾਮ ਦਾ ਜਿਹੜਾ ਅੱਖਰ ਆ। ਲਓ ਭਾਈ ਮੇਰਾ ਨਾਮ ਸ਼ਮਿੰਦਰ ਹੈ, S ਤੋਂ ਸ਼ੁਰੂ ਹੁੰਦਾ, ਮੈਨੂੰ ਪਤਾ ਵੀ ਮੇਰੇ ਅੱਖਰ ਦਾ ਜਿਹੜਾ ਨੰਬਰ ਆ 19ਵਾਂ, ਉਹ ਯਾਦ ਰੱਖ ਲਓ। ਉਹਦਾ ਸਾਰਿਆਂ ਦਾ ਸਾਡਾ ਆਪਦਾ ਨਾਮ ਦਾ ਅੱਖਰ ਦਾ ਘੱਟੋ ਘੱਟ ਉਹਦਾ ਪਤਾ ਹੋਵੇ ਵੀ ਇਹ ਕਿੰਨੇ ਨੰਬਰ ਤੇ ਪਿਆ ਗਾ, ਉਹਦੇ ਨਾਲ ਵੀ ਲਿੰਕ ਹੋ ਜਾਂਦੇ ਆ। ਇਸ ਕਰਕੇ ਤੋੜ ਕੇ ਸ਼ਾਰਟਕਟ ਕਰਕੇ 26 ਤੇ 26 ਕਰ ਲਓ ਯਾਦ, ਠੀਕ ਹੈ ਜੀ। ਪਹਿਲੀ ਗੱਲ ਮੁੱਕ ਗਈ। ਉਦੋਂ ਬਾਅਦ ਆ ਗਏ ਆਪਾਂ, ਉਹ ਸਾਨੂੰ ਕਹਿੰਦੇ ਜੇ ਬੀਟ, BEAT, ਇਹ ਲਿਖਿਆ ਹੋਇਆ EHDW। ਹੁਣ ਤੁਹਾਨੂੰ ਇਹ ਦੱਸ ਦਈਏ ਵੀ ਹੋ ਸਕਦਾ ਤੁਸੀਂ ਬੜੇ ਥਾਵਾਂ ਤੋਂ ਇਹ ਸੁਣੋ ਵੀ ਆ ਟ੍ਰਿਕ, ਆ ਐਂ ਮੈਥਡ ਆ, ਐਂ ਫਾਰਮੂਲਾ, ਇਹਨੂੰ ਐਂ ਰੱਟ ਲਓ। ਨਾ, ਇਹ ਸਾਰੇ ਜਿੰਨੇ ਸਵਾਲ ਹੁੰਦੇ ਨੇ ਨਾ, ਐਂ ਕਹਿ ਲਓ ਫੈਸਲਾ ਔਨ ਦਾ ਸਪੌਟ ਹੋਣਾ। ਮੌਕੇ ਤੇ ਅਸੀਂ ਸਵਾਲ ਦੀ ਜੱਜਮੈਂਟ ਕਰਨੀ ਆ। ਪ੍ਰੈਕਟਿਸ ਅਸੀਂ ਪਹਿਲਾਂ ਕਰਕੇ ਜਾਣੀ ਆ ਵੀ ਹਾਂ ਕਿਹੋ ਜਿਹਾ ਮਰਜ਼ੀ ਆ ਜੇ ਅਸੀਂ ਬੁੱਝ ਲਾਂਗੇ।
ਉੱਥੇ ਜਾ ਕੇ ਅਸੀਂ ਇਹਨੂੰ ਬੁੱਝਣਾ ਵੀ ਇਹਦੀ ਕੋਡਿੰਗ ਕਿਵੇਂ ਕੀਤੀ ਆ। ਪਹਿਲਾਂ ਹੀ ਜੇ ਅਸੀਂ ਰੱਟਾ ਲਾ ਕੇ ਵਗ ਜਾਈਏ ਇਹੋ ਜਿਹਾ ਕੁਝ ਨਹੀਂ ਹੁੰਦਾ। ਅਸੀਂ ਪ੍ਰੈਕਟਿਸ ਕਰਕੇ ਤਰੀਕੇ ਜ਼ਰੂਰ ਸਿੱਖ ਲੈਣੇ ਹੁੰਦੇ ਆ, ਫਿਰ ਉੱਥੇ ਜਾ ਕੇ ਆਪਾਂ ਬੁੱਝਾਂਗੇ ਵੀ ਹਾਂ ਯਾਰ ਮੈਂ ਬੁੱਝ ਲਿਆ ਇਹਨੂੰ। ਹੁਣ ਜਿਵੇਂ ਇੱਥੇ ਦੇਖੋ B, ਇਹਦਾ ਪਹਿਲਾ ਅੱਖਰ B ਆ, ਇਹਦਾ ਪਹਿਲਾ ਅੱਖਰ E ਆ। ਇਹਨਾਂ ਦੋਨਾਂ 'ਚ ਕਿੰਨਾ ਫਰਕ ਆ ਆਪਾਂ ਐਂ ਦੇਖਣਾ ਹੁੰਦਾ ਵੀ ਯਾਰ ਅੱਛਾ ਇਹਨਾਂ ਦੋਨਾਂ 'ਚ ਫਰਕ ਹੈਗਾ C ਤੇ D ਦਾ, ਹੈ ਨਾ। B C D ਫਿਰ ਜਾ ਕੇ E ਆਉਂਦੀ ਆ। ਚਲੋ ਠੀਕ ਹੈ, ਛੱਡ ਲਓ। ਅੱਗੇ E ਤੋਂ ਬਾਅਦ ਇੱਥੇ H ਆ ਗਿਆ। ਇਹਨਾਂ ਦੋਨਾਂ 'ਚ ਕੀ ਫਰਕ ਆ? E ਸਾਡੇ ਕੋਲ E ਤੋਂ ਬਾਅਦ F ਹੁੰਦਾ, ਫਿਰ G ਹੁੰਦਾ, ਇੱਥੇ H ਆ ਗਿਆ। ਉਹ ਤੋਂ ਬਾਅਦ A ਤੋਂ ਬਾਅਦ ਇੱਥੇ D ਆਇਆ, ਉਰੇ A ਸੀ। A ਤੋਂ ਬਾਅਦ B ਤੇ C ਆਉਂਦੇ ਆ, ਫਿਰ D ਆਉਂਦਾ। ਠੀਕ ਹੈ ਜੀ, ਇੱਥੇ T ਆ, T ਤੋਂ ਬਾਅਦ U ਤੇ B ਆਉਂਦੇ, ਇੱਥੇ W ਆਉਂਦਾ। ਲਓ ਜੀ ਅਸੀਂ ਤਾਂ ਬੁੱਝ ਗਏ। ਅਸੀਂ ਤਾਂ ਇਹਨੂੰ ਮਿੰਟਾਂ 'ਚ ਡੀਕੋਡ ਕਰਕੇ ਅਸੀਂ ਦੇਖ ਲਿਆ ਵੀ ਦੋ ਦੋ ਅੱਖਰਾਂ ਦੇ ਗੈਪ ਤੇ ਅਗਲਾ ਅੱਖਰ ਲਿਖਿਆ ਹੋਇਆ। ਉਰੇ B ਸੀ, ਉਹਨਾਂ ਨੇ C D ਨੂੰ ਛੱਡਤਾ, ਇਹ ਦੋਨਾਂ ਨੂੰ E ਲਿਖਤਾ। ਇੱਥੇ E ਸੀ, ਉਹਨਾਂ ਨੇ F ਤੇ G ਨੂੰ ਛੱਡਤਾ, ਇੱਥੇ H ਲਿਖਤਾ। ਲਓ ਜੀ ਅਸੀਂ ਤਾਂ ਡੀਕੋਡ ਕਰ ਲਿਆ। ਹੁਣ ਆਪਾਂ ਕੀ ਕਰਦੇ ਆ, R ਆ, ਹਨਾ। R ਤੋਂ ਬਾਅਦ ਆਪਾਂ S ਹੁੰਦਾ, T ਹੁੰਦਾ, ਇਹ ਛੱਡ ਦਾਂਗੇ, ਇੱਥੇ U ਲਿਖ ਦਾਂਗੇ। O ਤੋਂ ਬਾਅਦ ਕੀ ਹੁੰਦਾ, P Q, ਇਹ ਦੋਨੇ ਛੱਡ ਦਾਂਗੇ, ਆਪਾਂ R ਲਿਖ ਦਾਂਗੇ। A ਤੋਂ ਬਾਅਦ ਕੀ ਹੁੰਦਾ, B ਤੇ C, ਇਹ ਦੋਨੇ ਛੱਡ ਦਿਆਂਗੇ, ਆਪਾਂ D ਲਿਖ ਦਿਆਂਗੇ। D ਤੋਂ ਬਾਅਦ ਕੀ ਹੁੰਦਾ, E ਤੇ F, ਇਹ ਦੋਨੇ ਛੱਡ ਦਾਂਗੇ, ਆਪਾਂ G ਲਿਖ ਦਾਂਗੇ। U R D G, ਇਹ ਹੈਗਾ ਸਾਡੇ ਕੋਲ B ਆਪਸ਼ਨ। ਲਓ ਜੀ ਲਾਤੀ ਟਿਕ। ਦੇਖੋ ਆਪਾਂ ਮੌਕੇ ਤੇ ਚੀਜ਼ ਫੜ ਲਈ ਵੀ ਕਿੱਥੇ ਜੇ ਘਾਟ ਵਾਧ ਆ, ਕਿੱਧਰ ਨੂੰ ਕਿਹੜੀ ਚੀਜ਼ ਵੱਧ ਰਹੀ ਆ। ਜਦੋਂ ਸਾਨੂੰ ਪਤਾ ਲੱਗ ਗਿਆ ਵੀ ਹਾਂ ਯਾਰ ਆ ਸਿਮਟਰੀ ਚੱਲ ਰਹੀ ਹੈ, ਦੇਖੋ ਦੋਨੇ ਇੱਕੋ ਜੀਆਂ, ਆ ਵੀ 2 ਨੰਬਰ ਸਟੈਪ ਮਾਰ ਰਿਹਾ, ਆ ਵੀ 2 ਮਤਲਬ ਸਾਰੇ ਇੱਕੋ ਆ, ਤਾਂ ਇਹਦਾ ਮਤਲਬ ਅਸੀਂ ਇਹਨੂੰ ਡੀਕੋਡ ਸਹੀ ਕਰ ਲਿਆ, ਅਸੀਂ ਇਹਨੂੰ ਫੜ ਲਿਆ ਵੀ ਕਿਵੇਂ ਬਣਾਇਆ। ਉਵੇਂ ਆਪਾਂ ਇਹ ਸਾਰੇ ਫੜੀ ਜਾਣੇ ਆ ਤੇ ਡੀਕੋਡ ਕਰ ਕਰਕੇ ਆਪਾਂ ਇਹਦਾ ਸਹੀ ਉੱਤਰ ਲੱਭੀ ਜਾਣਾ। ਅੱਗੇ ਆ ਗਿਆ ਸਾਡੇ ਕੋਲ, ਦੇਖੋ ਉਹ ਕਹਿੰਦਾ ਮੌਂਕੀ ਇਕੁਅਲ ਟੂ X D J M N L। ਹੁਣ ਇਹ ਤੇ ਆਪਾਂ ਸਮਾਰ ਕੇ ਚੈੱਕ ਕਰਾਂਗੇ ਵੀ ਜਿਹੜਾ M ਆ, M ਤੇ X, ਇਹਦਾ ਪਹਿਲਾ ਅੱਖਰ M ਆ, ਇਹਦਾ X ਆ। ਯਾਰ ਇਹ ਤਾਂ ਦੂਰ ਹੀ ਵਾਲੀ ਫਿਰਦੇ ਨੇ ਯਾਰ, ਨੇੜੇ ਤੇੜੇ ਵੀ ਨਹੀਂ ਹੈਗੇ ਕਿਤੇ। ਇਹ ਤੋਂ ਬਾਅਦ ਇਹਦਾ ਦੂਜਾ ਅੱਖਰ O ਆ, ਇਹਦਾ D ਆ। ਇਹ ਵੀ ਬੜਾ ਸਿਆਪਾ ਯਾਰ, ਹਨਾ। ਇਹ ਤਾਂ ਆਪਸ 'ਚ ਬਾਹਲੀ ਦੂਰ ਨੇ, ਕੀ ਚੱਕਰ ਕੀ ਬਣਿਆ ਹੋਇਆ ਇਹ, ਇਹਨੂੰ ਦੇਖੀਏ ਆਪਾਂ। ਹੁਣ ਜਦੋਂ ਅਸੀਂ ਇਹਨੂੰ ਸਮਾਰ ਕੇ ਸਾਰਾ ਦੇਖੀ ਚੱਲਾਂਗੇ ਵੀ ਨਾ 2 ਅੱਖਰਾਂ ਦਾ ਫਰਕ ਪੈਣਾ, 3-4 ਦਾ ਵੀ ਨਹੀਂ ਪੈਣਾ, ਇਹ ਤਾਂ ਬੜੀ ਦੂਰ ਨੇ ਆਪਸ 'ਚ, ਹਨਾ। ਗੱਲ ਜੀ ਬਣ ਨਹੀਂ ਰਹੀ। ਫਿਰ ਅਸੀਂ ਇੱਕ ਸਟਾਈਲ ਤਾਂ ਇਹ ਹੁੰਦਾ ਸਿੱਧਾ ਦੇਖੀ ਜਾਣਾ। ਜਦੋਂ ਸਿੱਧੇ ਪਾਸਿਓਂ ਗੱਲ ਨਾ ਬਣੇ ਨਾ, ਪੁੱਠੇ ਪਾਸਿਓਂ ਫੜ ਲਓ। ਸਿੱਧੇ ਪਾਸਿਓਂ ਜੋ ਕੋਈ ਕਹਾਣੀ ਆਉਂਦੀ ਹੀ ਨਹੀਂ। ਆ ਸਿੱਧਾ ਗਾ, ਹੁਣ ਪੁੱਠੇ ਪਾਸਿਓਂ ਦੇਖਦੇ ਆ। M ਤੇ L ਦਾ ਕੋਈ ਰਿਸ਼ਤਾ ਹੈਗਾ ਯਾਰ। L ਤੋਂ ਬਾਅਦ ਤਾਂ M ਆਉਂਦਾ, ਠੀਕ ਹੈ। O ਤੇ N ਦਾ ਦੇਖਦੇ ਆ, ਇਹ ਵੀ ਹੈਗਾ। N ਤੋਂ ਬਾਅਦ O ਆਉਂਦੀ ਆ, ਹਾਂ ਯਾਰ ਇਹ ਵੀ ਗੱਲ ਤਾਂ ਬਣੀ ਜਾਂਦੀ ਆ। M ਦਾ ਦੇਖ ਲੈਂਦੇ ਆ, M ਤੇ N ਦਾ, ਠੀਕ ਆ। M ਤੋਂ ਬਾਅਦ N, ਇਹਦਾ ਮਤਲਬ ਕੀ ਹੋ ਰਿਹਾ, J ਤੋਂ ਬਾਅਦ K, D ਤੋਂ ਬਾਅਦ E, X ਤੋਂ ਬਾਅਦ Y। ਮਤਲਬ ਜਿਹੜੇ ਇੱਧਰ ਅੱਖਰ ਲਿਖੇ ਆ ਉਹ ਇੱਕ ਇੱਕ ਵੱਧ ਰਿਹਾ। ਦੇਖੋ L ਤੋਂ ਬਾਅਦ M ਆ ਗਈ, N ਤੋਂ ਬਾਅਦ O ਆ ਗਈ, ਮਤਲਬ ਅੱਗੇ ਵਧੀ ਜਾਂਦੇ ਆ। ਜਾਂ ਕਹਿ ਦਈਏ ਵੀ ਇਹਨਾਂ ਨੂੰ ਘਟਾ ਕੇ ਇੱਕ ਇੱਕ ਅੱਖਰ ਪੁੱਠਾ ਲਿਖਿਆ ਹੋਇਆ ਗਾ। ਕਿਵੇਂ ਲਿਖਿਆ ਗਾ ਇਹਨਾਂ ਨੇ, ਜੇ ਆਪਾਂ ਇੱਥੇ ਘਟਾ ਕੇ ਆ ਲਿਖ ਦਿੰਦੇ, M ਦੇ ਉੱਤੇ ਕੀ ਆਉਂਦਾ ਗਾ, L, ਇੱਥੇ N O, ਇੱਥੇ M N J K D E X Y, ਆਹ ਨਾ। ਜਦੋਂ ਆਪਾਂ ਦੇਖੋ ਇੱਕ ਇੱਕ ਅੱਖਰ ਘਟਾ ਕੇ ਲਿਖਤਾ, ਆ ਲਿਖਤਾ, ਇਹਨੂੰ ਇਹਨੇ ਚੱਕ ਕੇ ਪੁੱਠਾ ਕਰਤਾ। X ਮੂਹਰੇ ਲਿਖਤੀ, D ਇੱਥੇ ਲਿਖਤੀ, J M N L। ਕਹਾਣੀ ਸਮਝ ਗਏ ਹੋਣੇ ਤੁਸੀਂ ਵੀ ਇਹਦਾ ਤਹਾਂ ਵਾਲਾ ਇੱਕ ਅੱਖਰ ਲਿਖ ਕੇ ਉਦੋਂ ਬਾਅਦ ਪੁੱਠਾ ਕਰਨਾ। ਉਵੇਂ ਆਪਾਂ ਇਹਦਾ ਕਰਦੇ ਹਾਂ। T ਦੇ ਉੱਤੇ ਹੁੰਦਾ S। ਦੇਖੋ ਜੇ ਤਾਂ ਤਹਾਂ ਵਾਲਾ ਅੱਖਰ ਲਿਖਣਾ ਹੋਵੇ ਉਹਦੇ ਉੱਤੇ ਲਿਖ ਲਿਆ ਕਰੋ, ਇਹ ਸੌਖਾ। ਜੇ ਉਦੋਂ ਅਗਲਾ ਲਿਖਣਾ ਹੋਵੇ ਉਹਦੇ ਥੱਲੇ ਲਿਖ ਲਿਆ ਕਰੋ। ਸਾਡੇ ਵਾਸਤੇ ਇੱਕ ਸਿਮਟਰੀ ਜਿਹੀ ਬਣ ਜਾਂਦੀ, ਜਿਵੇਂ S T, ਹੈ ਨਾ। ਅੱਗੇ H I F G D E Q R, ਇਹ ਬਣ ਗਿਆ ਸਾਡੇ ਕੋਲੇ। ਹੁਣ ਇੱਥੇ ਉਹਨੇ ਕੀ ਲਿਖਿਆ ਗਿਆ, ਇਹ ਪੁੱਠਾ ਕਰਕੇ ਲਿਖਿਆ, Q ਪਹਿਲਾਂ D F H S, ਇਹ ਲਿਖਿਆ ਹੈਗਾ Q D F H S, ਉਹ ਆਏ ਸਾਡੇ ਕੋਲੇ। ਲਓ ਜੀ, ਇੱਥੇ ਲਾ ਦਾਂਗੇ ਟਿਕ। ਇਹ ਕਹਾਣੀ ਵੀ ਸਾਨੂੰ ਸਮਝ ਆ ਗਈ ਵੀ ਜੇ ਸਿੱਧੇ ਪਾਸਿਓਂ ਨਾਲ ਲੋਟ ਆਇਆ ਅਸੀਂ, ਹੈ ਨਾ, ਮਗਰੋਂ ਫੜ ਲਾਂਗੇ, ਪੂਛ ਵਾਲੇ ਪਾਸਿਓਂ ਚੱਲ ਪਾਂਗੇ। ਠੀਕ ਹੈ ਜੀ, ਚੱਲ ਸਕਦੇ ਹਾਂ ਅਸੀਂ ਤਾਂ ਕੋਡਿੰਗ ਡੀਕੋਡਿੰਗ ਕਰਨੀ ਆ। ਕਹਿਣ ਦਾ ਮਤਲਬ ਇਹ ਹੈ ਉਹਦਾ ਪੈਟਰਨ ਫੜਨਾ ਵੀ ਯਾਰ ਕੀ ਚੱਲੀ ਜਾਂਦਾ। ਹੁਣ ਜਿਵੇਂ ਮੰਨ ਲਓ ਜੇ ਸਾਨੂੰ ਕਿਸੇ ਨੇ ਲਿਖਿਆ ਹੋਵੇ 2 4 6 8 10, ਵੀ ਅੱਗੇ ਦੱਸੋ ਕੀ ਆਊਗਾ, ਅਸੀਂ ਮਿੰਟ 'ਚ ਕਹਿ ਦਾਂਗੇ 2 ਵਧੀ ਜਾਂਦੇ, ਤਾਂ 2 ਦਾ ਪਹਾੜ ਆ ਗਾ, ਇੱਥੇ 12 ਲਿਖ ਦਿਓ। ਆਪਾਂ ਪੈਟਰਨ ਹੀ ਫੜਿਆ ਗਾ, ਉਹੀ ਕੰਮ ਕਰਿਆ, ਉਹੀ ਕੰਮ ਇੱਥੇ ਕਰਨਾ। ਆਪਾਂ ਇਹਦਾ ਪੈਟਰਨ ਫੜ ਲਿਆ, ਇਹਨੂੰ ਚੱਕ ਲਿਆ ਵੀ ਕਿਵੇਂ ਕਿਵੇਂ ਫਰਕ ਬਰਾਬਰ ਆਈ ਜਾਂਦਾ ਗਾ। ਇਹਨੂੰ ਆਪਾਂ ਦੇਖ ਕੇ ਬੁੱਝ ਗਏ ਵੀ ਹਾਂ ਇਹਦੇ 'ਚ ਆਹ ਚੀਜ਼ ਚੱਲ ਰਹੀ ਹੈ ਲਗਾਤਾਰ, ਵੀ ਐਂ ਨਹੀਂ ਹੈਗਾ ਵੀ ਇੱਕ 'ਚ ਚੱਲੀ ਹੈ ਦੂਜੇ 'ਚ ਨਹੀਂ ਚੱਲੀ ਨਾ। ਇਹ 5 ਅੱਖਰ ਨੇ ਸਾਡੇ ਕੋਲ, 5 'ਚ ਚੱਲ ਗਈ। ਜਿਵੇਂ ਆਪਾਂ ਟੇਬਲ ਫੜ ਲਿਆ। ਲਓ ਜੀ, ਇਹ ਵੀ ਹੋ ਗਿਆ। ਹੁਣ ਅੱਗੇ ਆ ਗਿਆ ਸਾਡੇ ਕੋਲੇ ਫੀਲਡ ਨੂੰ ਲਿਖਿਆ ਹੋਇਆ ਉਹਨਾਂ ਨੇ GJFME। ਇਹ ਤੁਸੀਂ ਨਾਲ ਬੁੱਝਣ ਦੀ ਕੋਸ਼ਿਸ਼ ਕਰੋ, ਦੇਖੋ ਲਾਓ ਦਿਮਾਗ ਵੀ ਕੀ ਹੋ ਸਕਦਾ। ਬੜਾ ਸੌਖਾ ਮੈਨੂੰ ਲੱਗਦਾ, ਪਹਿਲੀ ਵਾਰੀ ਜੀ ਤੁਸੀਂ ਬੁੱਝ ਜਾਣਾ। ਜਦੋਂ ਅਸੀਂ ਦੇਖਾਂਗੇ F ਤੇ G ਦਾ ਰਿਸ਼ਤਾ ਕੀ ਆ, ਇਹਦਾ ਪਹਿਲਾ ਅੱਖਰ G ਹੈ, ਇਹਦਾ F ਆ।
ਇਹ ਤਾਂ ਐਫ ਤੇ ਜੀ, ਐਫ ਤੋਂ ਬਾਅਦ ਜੀ ਆਉਂਦੀ ਆ, ਆਈ ਤੋਂ ਬਾਅਦ ਜੇ ਆਉਂਦੀ ਆ, ਈ ਤੋਂ ਬਾਅਦ ਐਫ ਆਉਂਦੀ ਆ, ਐਲ ਤੋਂ ਬਾਅਦ ਐਮ ਆਉਂਦੀ ਆ, ਡੀ ਤੋਂ ਬਾਅਦ ਈ ਆਉਂਦੀ ਆ। ਤੁਸੀਂ ਕਹੋਗੇ ਤਾਂ ਪੁੱਛਿਆ ਗਿਆ, ਇਹ ਤਾਂ ਸਿੱਧੀ ਇੱਕ ਅੱਖਰ ਦਾ ਜੰਪ ਸੀਗਾ। ਹੋ ਸਕਦਾ ਸਾਨੂੰ ਇਹ ਵੀ ਆ ਜੇ। ਆਪਾਂ ਨਿਗਾਹ ਬਣਾ ਕੇ ਰੱਖਣੀ ਆ ਬਸ, ਆਪਾਂ ਤਾਂ ਸਿਮੈਟਰੀ ਫੜਨੀ ਆ, ਪੈਟਰਨ ਫੜਨਾ ਵੀ ਕਿਵੇਂ ਚੱਲੀ ਜਾਂਦਾ। ਫਿਰ ਐਸ ਤੋਂ ਬਾਅਦ ਟੀ ਆਊ, ਥੱਲੇ ਹੀ ਲਿਖ ਲਿਆ ਕਰੋ। ਆਈ ਤੋਂ ਬਾਅਦ ਜੇ ਆਊ, ਸੀ ਤੋਂ ਬਾਅਦ ਡੀ ਆਊ, ਕੇ ਤੋਂ ਬਾਅਦ ਐਲ ਆਊ, ਐਲ ਤੋਂ ਬਾਅਦ ਐਮ ਆਊ, ਈ ਤੋਂ ਬਾਅਦ ਐਫ ਆਊ। ਠੀਕ ਹੈ ਜੀ, ਇਹ ਸਾਡੇ ਕੋਲ ਕਹਾਣੀ ਆ। ਸਾਡਾ ਉੱਤਰ ਬਣ ਜਾਣਾ ਇਹ। ਫਿਰ ਲਓ ਜੀ, ਬਣ ਗਿਆ ਉੱਤਰ, ਓਕੇ ਹੋ ਗਿਆ ਜੀ। ਹੁਣ ਅਗਲੇ ਤਰ੍ਹਾਂ ਦਾ ਸਵਾਲ ਆ ਗਿਆ ਸਾਡੇ ਕੋਲ, ਸਾਨੂੰ ਦਿੱਤਾ ਹੋਇਆ ਕਲੌਕ। ਕਲੌਕ ਦੇਤਾ, ਉਹ ਕਹਿੰਦੇ ਇਹ ਲਿਖਿਆ ਹੋਇਆ KCOLC। ਹੁਣ ਆਪਾਂ ਇੱਥੇ ਦੇਖਦੇ ਹਾਂ ਵੀ ਚੱਕਰ ਕੀ ਹੈ। ਆ ਪਹਿਲਾ ਅੱਖਰ ਸੀ ਆ, ਪਹਿਲਾ ਕੇ ਆ, DEF ਜੇ ਆਪਾਂ ਦੇਖੀਏ ਹੈ ਨਾ, DEFGHIJK ਬੜੀ ਦੂਰ ਆ। ਐਲ ਤੇ ਸੀ, O ਦਾ O ਰਹਿ ਗਿਆ ਹੈ। ਇਹ ਕੀ, ਜੇ ਇਹ ਬਦਲ ਰਹੇ ਆ ਤਾਂ ਇੱਥੇ ਤਾਂ O ਦਾ O ਹੀ ਰਹਿ ਗਿਆ, ਤਾਂ ਬਦਲੇ ਹੀ ਨਹੀਂ। ਇੱਥੇ C ਦਾ L ਬਣ ਗਿਆ, ਇੱਥੇ K ਦਾ C ਬਣ ਗਿਆ। ਚੱਕਰ ਕੀ ਪਈ ਜਾਂਦਾ ਇਹ। ਹੁਣ ਖੜੇ ਖੜੇ ਆਪਾਂ ਜਦੋਂ ਸਿੱਧੇ ਪਾਸਿਓਂ ਲੋਟਣਾ ਆਇਆ ਤਾਂ ਪਿਛਲੇ ਪਾਸਿਓਂ ਦੇਖੀਏ, ਆ C ਆ, ਇਹਦਾ ਵੀ C ਆ, ਇੱਥੇ ਇਹ ਤਾਂ ਦੋਨੇ ਇੱਕੋ ਆ। ਆ L ਆ, ਇਹਦਾ ਵੀ ਮਗਰੋਂ L ਆ। ਆ O ਆ, ਇਹ O ਆ। ਆ C ਆ, C ਆ। ਆ K ਆ, K ਆ। ਆਪਾਂ ਕਹਾਂਗੇ ਉਹ ਤੁਹਾਡਾ ਭਲਾ ਹੋ ਜੇ, ਇਹ ਤਾਂ ਪੁੱਠਾ ਕਰਕੇ ਲਿਖਤਾ, ਫੜ ਲਿਆ ਆਪਾਂ ਤਾਂ ਇਹਨਾਂ ਨੂੰ। ਆਈ ਹੁੰਦੀ ਆ ਕੋਡਿੰਗ ਤੇ ਡੀਕੋਡਿੰਗ। ਬਸ ਜਦੋਂ ਅਸੀਂ ਇਹਨੂੰ ਬੁੱਝ ਲਿਆ ਵੀ ਆਹ ਚੀਜ਼ ਨੂੰ ਉਹਨਾਂ ਨੇ ਇੱਥੇ ਕਿਸ ਰੂਪ 'ਚ ਲਿਖਿਆ, ਕਿੰਨਾ ਕੋਈ ਫਰਕ ਪਾਇਆ ਜਾਂ ਪੁੱਠਾ ਕਰਤਾ ਜਾਂ ਜੰਪ ਲਵਾਤਾ, ਕਿਵੇਂ ਲਿਖਤਾ, ਇਹਨੂੰ ਆਪਾਂ ਬੁੱਝ ਲਿਆ। ਹੁਣ ਆਹ ਲਿਖਣ ਲੱਗੇ ਸਾਡਾ ਟਾਈਮ ਹੀ ਨਹੀਂ ਲੱਗਣਾ। ਆਪਾਂ ਐਸ ਇਹਨੂੰ ਪੁੱਠਾ ਕਰਦੇ ਜਾਵਾਂਗੇ, PETS, ਇਹ ਬਣ ਗਿਆ ਸਪੈਟਸ। ਓਕੇ ਜੀ। ਜੇ ਪਿਛਲੇ ਪਾਸੇ ਦੇਖਾਂਗੇ STEPS, ਜਿਵੇਂ ਇਹ ਸੀ CLOCK, ਪੁੱਠਾ ਕਰਕੇ ਲਿਖਿਆ ਸੀ, ਉਵੇਂ ਆਪਾਂ ਪੁੱਠਾ ਕਰਕੇ ਲਿਖਤਾ। ਹੋ ਗਈ ਸਾਡੀ ਡੀਕੋਡਿੰਗ। ਤੇ ਇਹਨੂੰ ਅਸੀਂ ਦੱਸਦਾ ਵੀ ਹੁਣ ਇਹਨੂੰ ਕਿਵੇਂ ਲਿਖਣਾ, ਕਿਉਂਕਿ ਅਸੀਂ ਬੁੱਝ ਗਏ, ਨਾਲ ਦੀ ਨਾਲ ਸਾਡਾ ਉੱਤਰ ਆ ਜੂ। ਹੁਣ ਇੱਕ ਬੜੀ ਅਹਿਮ ਤੇ ਜ਼ਰੂਰੀ ਗੱਲ ਆ ਵੀ ਆਪਾਂ ਕੀ ਕਰਨਾ ਹੁੰਦਾ ਜਦੋਂ ਅਸੀਂ ਬੁੱਝ ਲਈਏ, ਆਪਾਂ ਪੈਟਰਨ ਬੁੱਝ ਗਏ ਹਨਾ, ਉੱਥੇ ਸਾਨੂੰ ਉੱਤਰ ਦਿੱਤੇ ਹੁੰਦੇ ਨੇ, ਅਸੀਂ ਕੀ ਕਰਨਾ, ਉੱਤਰ ਦੇਖਾਂਗੇ। ਜਿਵੇਂ ਆਪਾਂ ਇੱਥੇ ਬੁੱਝ ਗਏ ਸੀ ਵੀ B ਤੋਂ ਬਾਅਦ E ਆਈ ਆ, 2 ਛੱਡੇ ਆ, R ਤੋਂ ਬਾਅਦ U ਆਊਗਾ, ਪਹਿਲਾ ਅੱਖਰ U ਆਊ ਨਾ, ਇਹਦਾ ਮਤਲਬ ਆ ਦੋਨੇ ਆਪਸ਼ਨਾਂ ਤਾਂ ਖਤਮ ਹੋ ਗਈਆਂ, ਇਹਨਾਂ ਤੇ ਅਸੀਂ ਨਿਗਾਹ ਹੀ ਨਹੀਂ ਮਾਰਨੀ, ਕਿਉਂਕਿ ਇਹਨਾਂ ਦਾ ਪਹਿਲਾ ਅੱਖਰ U ਹੈ ਹੀ ਨਹੀਂ। ਅਸੀਂ ਕਿਉਂ ਮੱਥਾ ਖਪਾਈ ਕਰੀਏ, ਇਹਨਾਂ ਦਾ ਪਹਿਲਾ ਅੱਖਰ U ਹੈਗਾ। ਹੁਣ ਅਸੀਂ ਇੱਥੇ ਨਿਗਾਹ ਬਣਾ ਲਾਂਗੇ ਵੀ ਹਾਂ ਯਾਰ ਇੱਥੇ ਨਿਗਾਹ ਸਾਡੀ ਹੈਗੀ ਆ, ਨਾਲ ਨਾਲ O ਤੋਂ ਬਾਅਦ PQ ਛੱਡਣਾ, ਉਦੋਂ ਬਾਅਦ ਸਾਡੇ ਕੋਲ R ਹਨਾ, PQ ਤੋਂ ਬਾਅਦ R ਹੀ ਆਉਂਦਾ ਹੁੰਦਾ, 2 ਛੱਡ ਕੇ ਇਹਦੇ 'ਚ ਨਾਲ R ਹੈਗਾ। ਅੱਗੇ ਜਾਣ ਦੀ ਲੋੜ ਨਹੀਂ, ਪਹਿਲਾਂ ਹੀ ਚਾਹੇ ਟਿੱਕ ਲਾ ਦਿਓ। ਇਹ ਹੁੰਦਾਗਾ ਟਾਈਮ ਬਚਾਉਣ ਵਾਲਾ ਕੰਮ ਆ। ਆਪਾਂ ਆਪਦਾ ਸਮਾਂ ਵੀ ਬਚਾਉਣਾ, ਐਡਾ ਵੱਡਾ ਟੈਸਟ ਕਰਨਾ ਹਜੇ ਇਹ 'ਤੇ ਥੋੜੀ ਆਪਾਂ ਸਾਰਾ ਕਿਉਂ ਲਿਖਾਂਗੇ। U ਤੋਂ ਬਾਅਦ R ਆ ਗਿਆ, 2 ਪਹਿਲੇ ਸਹੀ ਆ, ਹੋਰ ਇੱਥੇ U ਤੋਂ ਬਾਅਦ R ਵਾਲੀ ਆਪਸ਼ਨ ਹੀ ਹੈ ਨਹੀਂ, ਇਹਦਾ ਮਤਲਬ ਇਹੀ ਸਹੀ ਹੋਊਗਾ। ਚੈੱਕ ਕਰ ਲਓ, ਹੈ ਵੀ ਇਹੀ ਸਹੀ, ਅਸੀਂ ਟਿੱਕ ਲਾ ਕੇ ਭੱਜ ਗਏ। ਉਵੇਂ ਹੀ ਇੱਧਰ ਆ ਗਏ ਆਪਾਂ। ਹੁਣ ਆ ਟਾਈਗਰ ਸੀ, ਇਹਨੂੰ ਜਦੋਂ ਉਲਟ ਕਰਕੇ ਲਿਖਾਂਗੇ, ਜਿਵੇਂ ਇੱਥੇ QD, ਆਪਾਂ ਦੇਖਾਂਗੇ ਆਹ ਦੋਨੇ ਤਾਂ S ਵਾਲੀਆਂ ਆਪਸ਼ਨਸ ਨੇ, ਕਰੋ ਗਲਤ। ਠੀਕ ਹੈ ਜੀ, ਛੱਡਤੀਆਂ। ਸਾਨੂੰ ਪਤਾ QD ਆ, ਦੋਨੇ QD। ਅੱਗੇ ਸਾਡੇ ਕੋਲ F ਆ ਗਿਆ ਹੈ ਨਾ, ਇੱਥੇ F ਹੈਗਾ, ਇੱਥੇ F ਹੈ ਨਹੀਂ, ਬਸ ਇਹਦਾ ਮਤਲਬ ਇਹ ਐਲੀਮੀਨੇਟ ਹੋ ਗਈ, ਆ ਬਚੀ ਹੈ ਟਿੱਕਾ। ਸਾਰਾ ਲਿਖਣਾ ਚਾਹੇ ਲਿਖ ਲਓ, ਜੇ ਸਾਡੀ ਸਪੀਡ ਵੱਧਦਾ ਲਿਖ ਵੀ ਸਕਦੇ ਆ, ਉਹ ਨਹੀਂ ਤਾਂ ਸਾਡਾ ਸਮਾਂ ਬਚ ਜਾਣਾ, ਚਾਹੇ ਸਕਿੰਟਾਂ 'ਚ ਬਚ ਜਾਓ, ਵੀ ਬੜਾ ਸਹਾਈ ਆ। ਜਦੋਂ ਅਸੀਂ ਟੈਸਟ ਦਿੰਦੇ ਉਦੋਂ ਪਤਾ ਲੱਗਦਾ ਐਂਡ ਤੇ ਜਾ ਕੇ ਵੀ ਹੈ ਨਾ ਸਕਿੰਟਾਂ ਦੀ ਵੀ ਕਿੰਨੀ ਵੈਲਿਊ ਆ। ਇਸ ਕਰਕੇ ਆਪਾਂ ਇੱਥੇ ਸਮਾਂ ਬਚਾ ਲਈਏ, ਐਵੇਂ ਨਾ ਹੈ ਨਾ ਸਾਰਾ ਲਿਖਦੇ ਜਾਈਏ। ਉਵੇਂ ਇੱਥੇ ਜਿਵੇਂ ਸਾਨੂੰ ਪਤਾ ਲੱਗ ਗਿਆ ਪੁੱਠਾ ਕਰਕੇ ਲਿਖਿਆ, ਸਾਨੂੰ ਪਤਾ ਹੈਗਾ ਵੀ ਜਿਵੇਂ ਆ ਸਪੈਟਸ ਆ, ਇਹ SP ਨਾਲ ਸ਼ੁਰੂ ਹੋ, ਉਦੋਂ ਬਾਅਦ E, ਪਹਿਲੇ 3 ਦੇਖੋ ਜਾਂ ਪਹਿਲੇ 2 ਦੇਖੋ, ਜੀ ਚਾਹੀਦਾ ਟਿੱਕ ਲਾ ਕੇ ਪਾਸੇ ਹੋ ਜਾਓ। ਉਵੇਂ ਇਹਦੇ 'ਚ ਆ TJ ਤੋਂ ਜਿਹੜਾ ਸ਼ੁਰੂ ਹੁੰਦਾ ਗਾ, S ਤੋਂ ਬਾਅਦ T ਹੁੰਦਾ, I ਤੋਂ ਬਾਅਦ J, ਉਹਨਾਂ ਨੂੰ ਚੱਕੋ ਤੇ ਤੀਜਾ ਅੱਖਰ ਮੈਚ ਕਰਦਾ ਟਿੱਕ ਲਾਓ। ਹੋਰ 'ਚ ਜਦੋਂ ਮੈਚ ਹੀ ਨਹੀਂ ਕਰਦਾ, ਹੋਰ ਕੋਈ ਆ ਹੀ ਨਹੀਂ ਸਕਦਾ, ਮਤਲਬ ਆਹੀ ਆਊਗਾ, ਲਾ ਕੇ ਪਾਸੇ ਹੋ ਜਾਓ। ਠੀਕ ਹੈ ਜੀ, ਐਂ ਆਪਾਂ ਕੱਢ ਲਾਂਗੇ ਇਹਦਾ ਉੱਤਰ। ਹੁਣ ਅਗਲੇ ਜਿਹੜੇ ਆਪਾਂ ਸਵਾਲ ਕਰਾਂਗੇ ਉਹ ਸਾਨੂੰ ਜਿਵੇਂ ਕਈ ਵਾਰ ਦਿੱਤਾ ਹੁੰਦਾ ਵੀ A = 2, ਆਹ ਇਕੁਅਲ ਟੂ ਆਹ, ਜਿਵੇਂ ਆਪਾਂ ਉਰੇ ਕਰਿਆ, ਉਦੋਂ ਜਦੋਂ ਸਾਨੂੰ ਉਹਨਾਂ ਦੀ ਨੂਮੈਰਿਕ ਵੈਲਿਊ ਦਿੱਤੀ ਹੋਵੇ ਵੀ ਹਾਂ ਇਹਦਾ ਮੁੱਲ ਇੰਨਾ ਰੱਖ ਲਓ, ਫਿਰ ਇਹਦਾ ਮੁੱਲ ਕੱਢੋ। ਅੱਗੇ ਆਪਾਂ ਉਹ ਸਵਾਲ ਕਰਦੇ ਹਾਂ, ਆਹ ਆਪਾਂ ਹਟਾ ਦਈਏ। ਲਓ ਜੀ, ਪਿੱਛੇ ਤਾਂ ਆਪਾਂ ਕਰਿਆ ਸੀ ਵੀ ਇੱਥੇ ਵੀ ਸ਼ਬਦ ਸੀ, ਇੱਥੇ ਵੀ ਸ਼ਬਦ ਸੀ, ਸ਼ਬਦਾਂ ਨੂੰ ਸ਼ਬਦਾਂ 'ਚ ਹੀ ਕੋਡਿੰਗ ਕਰੀ ਹੋਈ ਸੀ, ਫਿਰ ਆਪਾਂ ਉਹਨੂੰ ਡੀਕੋਡ ਕਰਿਆ ਸੀ ਤੇ ਉੱਤਰ ਲੱਭਿਆ ਸੀ। ਹੁਣ ਇੱਥੇ ਕੀ ਕਰਿਆ, ਸ਼ਬਦਾਂ ਨੂੰ ਵੈਲਿਊ ਦੇਤੀ ਉਹਨਾਂ ਨੇ। ਉਹ ਕਹਿੰਦੇ ਜੇ ਪੈਨਸਿਲ = 0, ਕਹਿੰਦੇ ਪੈਨਸਿਲ 0 ਦੇ ਬਰਾਬਰ ਆ, ਦੇਤੀ ਸਾਨੂੰ ਵੈਲਿਊ, ਤੇ ਪੈਨ ਆ ਜਿਹੜਾ ਉਹ 35 ਦੇ ਬਰਾਬਰ ਆ, ਤਾਂ ਜਿਹੜਾ ਸਕੇਲ ਆ ਉਹ ਕਿੰਨੇ ਦੇ ਬਰਾਬਰ ਹੋਊਗਾ। ਹੁਣ ਅਸੀਂ ਇਹ ਸਵਾਲ ਤੇ ਆ ਗਏ ਤੇ ਅਸੀਂ ਇਹ ਤੋਂ ਬਾਅਦ ਕਰਨਾ ਚੈੱਕ ਵੀ ਕਹਾਣੀ ਬਣਦੀ ਕੀ ਆ। ਆਪਾਂ ਪਹਿਲਾਂ ਕੀ ਕੰਮ ਕਰਨਾ ਹੁੰਦਾ, ਪਹਿਲਾਂ ਦੇਖੋ ਇਹਨਾਂ ਨੂੰ ਸਾਰਿਆਂ ਨੂੰ ਜੋੜ ਕੇ ਦੇਖ ਲਓ। ਇੰਨਾ ਕੁ ਕੰਮ ਕਰ ਲਿਆ ਕਰੋ ਜਦੋਂ ਵੈਲਿਊ 'ਚ ਦਿੱਤਾ ਹੋਵੇ, ਸਾਨੂੰ ਜੋੜ ਕੇ ਜ਼ਰੂਰ ਦੇਖ ਲਿਆ ਕਰੋ। ਜੇ ਸਾਨੂੰ ਲੱਗੇ ਵੀ ਹਾਂ ਯਾਰ ਇਹ ਜੋੜਨ ਜੇ ਨਾਲ ਗੱਲ ਬਣੂਗੀ, ਤਾਂ ਪਹਿਲਾਂ ਕੰਮ ਜੋੜਨ ਦਾ ਕਰ ਲਿਆ ਕਰੋ। ਜਿਵੇਂ P ਆ ਸਾਡੇ ਕੋਲੇ, P ਸਾਡੇ ਕੋਲ ਕੀ ਆ 16, E ਸਾਡੇ ਕੋਲ 5 + 5 ਹੈ ਨਾ, N ਸਾਡੇ ਕੋਲ ਕਿੰਨੇ ਨੰਬਰ ਤੇ ਆ 14 + 14,
ਸੀ ਸਾਡੇ ਕੋਲ ਤੀਜੇ ਨੰਬਰ ਤੇ ਆ 3, ਆਈ ਸਾਡੇ ਕੋਲ ਹੈਗੀ ਆ 9ਵੇਂ ਨੰਬਰ ਤੇ, ਐਲ ਸਾਡੇ ਕੋਲ ਹੈਗੀ ਆ 12ਵੇਂ ਨੰਬਰ ਤੇ। ਇਹ ਬਣ ਜੂ 16 ਤੇ 5 21, 21 ਤੇ 14 35 ਤੇ 3 38 ਤੇ 9 47 ਤੇ 12 59। ਲਓ ਜੀ 59 ਆ ਗਿਆ ਤਾਂ ਸਾਡੇ ਕੋਲੇ। ਓਕੇ ਆ ਜੀ। ਹੁਣ ਪੈਨ ਸਾਡੇ ਕੋਲੇ ਪੀ ਸਾਡੇ ਕੋਲ ਹੈਗੀ ਆ 16, ਈ ਸਾਡੇ ਕੋਲ 5 21, ਐਨ ਸਾਡੇ ਕੋਲ ਕਿੰਨੀ ਆ 14 = 35। 16 ਤੇ 5 21 ਤੇ 14 35, ਇਹ ਸਾਡੇ ਕੋਲ 35 ਹੈ। ਸਮਝ ਗਏ? ਅਸੀਂ ਆਖਿਆ ਤਾਂ ਅੱਖਰਾਂ ਦਾ ਜੋੜ ਕਰਤਾ ਵੀ ਅੱਖਰ ਜਿਹੜੇ ਨੰਬਰ ਤੇ ਪਏ ਨੇ ਉਹਨਾਂ ਨੂੰ ਨੰਬਰਾਂ ਨੂੰ ਆਪਸ 'ਚ ਜੋੜ ਲਿਆ ਉਹਨਾਂ ਨੇ, ਜਿੰਨਾ ਆ ਗਿਆ ਉਹਨਾਂ ਇੱਥੇ ਲਿਖਤਾ। ਹੁਣ ਆਪਾਂ ਸਕੇਲ ਕੱਢ ਲਾਂਗੇ। ਐਸ ਸਾਡੇ ਕੋਲ ਕੀ ਆ 19 ਪਲੱਸ ਸੀ 3, ਏ ਸਾਡੇ ਕੋਲ 1 ਆ, ਐਲ ਸਾਡੇ ਕੋਲ ਕੀ ਆ ਦੇਖੋ 12 ਹੈ ਨਾ, ਈ ਸਾਡੇ ਕੋਲ 5। 19 ਤੇ 3 22 ਤੇ 1 23, 23 ਤੇ 5 28, 28 ਤੇ 12 40। ਅਸੀਂ 40 ਤੇ ਲਾ ਦਾਂਗੇ ਟਿਕ, 40 ਉੱਤਰ। ਲਓ ਜੀ ਐਡੀ ਕੁ ਕਹਾਣੀ ਸੀ। ਇਹੋ ਜਿਹੇ ਸਾਨੂੰ ਬੜੇ ਸਵਾਲ ਆ ਸਕਦੇ ਆ। ਹੁਣ ਇੱਕ ਸਵਾਲ ਸਾਨੂੰ ਕੀ ਆ ਸਕਦਾ ਦੇਖੋ, ਉਰੇ ਜਿੰਨਾ ਸਾਡੇ ਕੋਲ ਉੱਤਰ ਆ ਗਿਆ ਇਹਦੇ 'ਚ ਉਹ ਇੱਕੋ ਜੀ ਰਕਮ ਘਟਾ ਸਕਦੇ। ਅਸੀਂ ਇੱਥੇ ਉੱਤਰ ਕੱਢ ਕੇ ਲਿਖਣਾ ਹੁੰਦਾ ਆਪੀ। ਹੁਣ ਆਪਾਂ 59 ਕੱਢ ਲਿਆ ਹੈ ਨਾ ਉਰੇ ਉੱਤਰ। ਹੋ ਸਕਦਾ ਉਹਨਾਂ ਨੇ ਸਾਨੂੰ ਇੱਥੇ ਆ 59 ਨਾ ਦਿੱਤਾ ਹੁੰਦਾ, ਉਹਨਾਂ ਨੇ ਸਾਨੂੰ ਇੱਥੇ ਦਿੱਤਾ ਹੁੰਦਾ 60 ਤੇ ਇੱਥੇ 35 ਥਾਂ ਤੇ ਸਾਨੂੰ ਦਿੱਤਾ ਹੁੰਦਾ 36। ਹੁਣ ਸਾਰੇ ਜਣੇ ਦਿਮਾਗ ਲਾਓ ਵੀ ਫੇਰ ਆਪਾਂ ਕੀ ਕਰਦੇ। ਫਿਰ ਤੁਸੀਂ ਕਹੋਗੇ ਵੀ ਇੱਥੇ 59 ਆ ਗਿਆ, ਇਹਨੂੰ ਜਦੋਂ ਜੋੜਦੇ ਆਉਂਦਾ ਸਾਡੇ ਕੋਲ 35, ਇਹਨੂੰ ਜੋੜ ਕੇ 59 ਆਉਂਦਾ ਪੈਨਸਿਲ ਨੂੰ, ਇਹਨੂੰ ਜੋੜ ਕੇ 35। 59 ਦਾ ਉਹਨਾਂ ਨੇ ਬਣਾਤਾ 60, 35 ਦਾ ਬਣਾਤਾ 36। ਇਹਦਾ ਮਤਲਬ ਇੱਕ ਇੱਕ ਨੰਬਰ ਵਧਾਈ ਜਾਂਦੇ ਅੱਗੇ ਉਹ। ਫਿਰ ਆਪਾਂ ਵੀ ਜਿਹੜਾ ਆਪਣਾ ਜੋੜ ਆਊਗਾ, ਆਪਣਾ ਜੋੜ ਆਇਆ ਸੀ ਉਰੇ 40 ਹੈ ਨਾ, ਆਪਾਂ ਵੀ ਇੱਕ ਵਧਾ ਦਿਆਂਗੇ ਉਹਦੇ 'ਚ। ਜਦੋਂ ਤਾਹਾਂ ਤੋਂ ਇੱਕ ਇੱਕ ਵਧਾਇਆ ਆਪਾਂ ਸਿਮੈਟਰੀ ਤਾਂ ਫੜ ਲਈ, ਉਹਨਾਂ ਨੇ ਇੱਕ ਇੱਕ ਵਧਾਤਾ 40 ਤੇ 1 ਆ ਗਈ ਸਾਡੇ ਕੋਲ 41। ਤੇ ਅਸੀਂ ਜਿਹੜਾ ਕੋਈ 41 ਉੱਤਰ ਹੋਊਗਾ ਉਹਦੇ ਤੇ ਲਾ ਲਾਂਗੇ ਟਿਕ। ਲਓ ਜੀ ਸਾਡਾ ਆ ਗਿਆ ਉੱਤਰ, ਆਪਾਂ ਵੀ ਫੜ ਲਈ ਗੱਲ। ਹੁਣ ਹੋ ਸਕਦਾ ਸਾਨੂੰ ਉਹਨਾਂ ਨੇ ਹੋਰ ਦਿੱਤਾ ਹੋਵੇ, ਮਾਈਨਸ ਕਰਿਆ ਹੋਵੇ -10 ਪਲੱਸ 5। ਆਪਾਂ ਦੇਖਣਾ ਕੀ ਹੁੰਦਾ ਵੀ ਇਹਦੇ 'ਚੋਂ ਵੀ ਸੇਮ ਕਰਿਆ ਹੋਵੇ ਤੇ ਇਹਦੇ 'ਚੋਂ ਵੀ ਸੇਮ ਕਰਿਆ ਹੋਵੇ। ਜੇ ਇਹਦੇ 'ਚ ਉਹਨੇ 59 ਤੇ 10 ਜੋੜ ਕੇ ਇੱਥੇ 69 ਲਿਖਿਆ ਹੈਗਾ, ਇੱਥੇ ਵੀ ਉਹਨੇ 10 ਜੋੜੇ ਨੇ, ਇੱਥੇ 45 ਲਿਖਿਆ, ਤਾਂ ਅਸੀਂ ਸਮਝ ਜਾਾਂਗੇ ਵੀ 35 ਦਾ ਉਹਨੇ 45 ਬਣਾਤਾ ਤੇ 59 ਦਾ 69 ਬਣਾਤਾ। ਇਹਦਾ ਮਤਲਬ 10 ਜੋੜੀ ਜਾਂਦਾ। ਆਪਾਂ ਤਾਂ ਉਹਦੀ ਗੱਲ ਫੜਨੀ ਆ। ਡੀ ਕੋਡਿੰਗ ਦਾ ਮਤਲਬ ਇਹੀ ਹੁੰਦਾ ਵੀ ਉਹ ਕੋਡ ਵਰਡ ਜੇ 'ਚ ਗੱਲਾਂ ਜੀਆਂ ਕਰਦੇ ਸੀ, ਅਸੀਂ ਫੜ ਲਏ, ਵਿੱਚੋਂ ਫੜ ਲਏ, ਉਹ ਗੱਲ ਆ। ਹੁਣ ਅਗਲੀ ਆ ਗਈ ਸਾਡੇ ਕੋਲ, ਉਹ ਕਹਿੰਦਾ ਵੀ ਮੰਡੇ = 1 2 3 4 5 6। ਇਹ ਤਾਂ ਸਾਨੂੰ ਦੇਖਣ ਸਾਰੀ ਪਤਾ ਲੱਗ ਜਾਣਾ ਵੀ ਇਹਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਇਹਦਾ 1 2 3 4 ਰੁਪਏ ਨਾ M 1 2 3 ਆ ਹੀ ਨਹੀਂ ਸਕਦਾ, M ਤਾਂ ਇੱਕ ਹੁੰਦਾ ਹੀ ਨਹੀਂ ਹੈ ਨਾ। ਇਹ ਸਿੱਧੀ ਗਿਣਤੀ ਲਿਖਤੀ। ਚਲੋ ਜੀ ਠੀਕ ਆ। ਬੈਲਟ ਸਾਡੇ ਕੋਲ ਕੀ ਆ 0 7 8 9। ਇਹ ਵੀ ਆਪਸ 'ਚ ਨਹੀਂ ਹੈਗੇ। ਹੁਣ B0 ਥੋੜ੍ਹੀ ਆ ਜਾਊਗੀ ਹੈ ਨਾ। ਆਪਾਂ ਨੂੰ ਛੇਤੀ ਛੇਤੀ ਹੋਰ ਕੋਡ ਵਾਲ ਵੀ ਨਹੀਂ ਥਿਆਉਣਾ, ਕਿਉਂਕਿ ਆਪਾਂ ਇੱਥੇ ਦੇਖਾਂਗੇ ਵੀ ਤੇ ਸਿਮੈਟਰੀ 'ਚ ਬਣਨੀ ਨਹੀਂ, ਅਸੀਂ ਟਾਈਮ ਨਹੀਂ ਖਰਾਬ ਕਰਨਾ। ਫਿਰ ਅਗਲਾ ਜਿਹੜਾ ਆਪਾਂ ਕੰਮ ਕਰਨਾ ਹੁੰਦਾ ਉਹ ਕੀ ਕਰਨਾ ਹੁੰਦਾ, ਫਿਰ ਆਪਾਂ ਇਕੱਲੇ ਇਕੱਲੇ ਦੀ ਵੈਲਿਊ ਪਾ ਲੈਂਦੇ ਹੁੰਦੇ ਆ। M ਦਾ ਏਕਾ ਪਾ ਦਾਂਗੇ, O ਦਾ ਦੂਆ ਪਾ ਦਾਂਗੇ, N ਦਾ ਆਪਾਂ ਪਾ ਦਾਂਗੇ ਤੀਆ, D ਦਾ ਆਪਾਂ ਪਾ ਦਾਂਗੇ ਚੌਕਾ, A ਦਾ ਪਾ ਦਾਂਗੇ ਪੰਜਾ, Y ਦਾ ਪਾ ਦਾਂਗੇ ਛੀਕਾ। ਕਿਉਂਕਿ ਸਾਨੂੰ ਉਹਨਾਂ ਨੇ ਐਂ ਦਿੱਤਾ ਹੋਇਆ, ਜਿੰਨੇ ਸਾਡੇ ਕੋਲ ਅੱਖਰ ਸੀ ਦੇਖੋ ਉਨੇ ਹੀ ਸਾਨੂੰ ਇੱਥੇ ਅੱਖਰ ਦਿੱਤੇ ਨੇ ਉਹਨਾਂ ਨੇ। ਦਿੱਤੇ ਆ ਕਿ ਨਹੀਂ? ਇੱਥੇ ਵੀ 1 2 3 6 ਅੱਖਰ ਇੱਥੇ ਨੇ, ਇੱਥੇ 1 2 3 4 5 6। ਮਤਲਬ ਉਹਨਾਂ ਨੇ ਕੱਲਾ ਕੱਲਾ M1 ਲਿਖਤਾ, O2 ਲਿਖਤਾ, ਉਹਨਾਂ ਨੇ ਐਂ ਲਿਖਿਆ ਹੋ ਸਕਦਾ ਹੈ ਨਾ, ਉਹਨਾਂ ਨੇ ਐਂ ਲਿਖਤੀ। ਫਿਰ ਇਹ ਗੱਲ ਹੁਣ ਇੱਥੇ ਜਿਵੇਂ ਸਾਡੇ ਕੋਲ B ਆ 1 2 3 4, ਇੱਥੇ ਵੀ 1 2 3 4 ਹੋ ਸਕਦਾ ਉਹਨਾਂ ਨੇ ਇੱਥੇ। ਫਿਰ ਆਪਾਂ B ਨੂੰ 0, E ਨੂੰ 7, L ਨੂੰ 8, T ਨੂੰ 9। ਇਹ ਵੀ ਇੱਕ ਬੜਾ ਵਧੀਆ ਦੇਸੀ ਤਰੀਕਾ। ਹੁਣ ਅਗਲੀ ਗੱਲ ਆਪਾਂ ਕੀ ਕਰਨੀ ਆ, ਜਿਹੜਾ ਸਾਡੇ ਕੋਲ ਆਹ ਦਿੱਤਾ ਉਹ ਕਹਿੰਦੇ ਟੌਂਬੇ। ਟੌਂਬੇ ਕਿਹਦੇ ਬਰਾਬਰ ਆ? ਜਿੰਨੇ ਸਾਡੇ ਕੋਲ ਇਹਦੇ 'ਚ ਅੱਖਰ ਦਿੱਤੇ ਨੇ 1 2 3 4 5 6, ਇਹ 6 ਦੇ 6 ਅੱਖਰ ਜੇ ਇਹਦੇ ਵਿੱਚ ਆਉਂਦੇ ਨੇ ਨਾ ਦੋਨਾਂ 'ਚ, ਤਾਂ ਸਾਡੀ ਕਹਾਣੀ ਹੱਲ ਆ। ਇਹ ਬਹੁਤ ਵਧੀਆ ਤਰੀਕਾ। ਬੜੇ ਵਾਰ ਸਾਨੂੰ ਇਹੋ ਜਿਹੀਆਂ ਉਲਝਣਾਂ ਹੀ ਹੁੰਦੀਆਂ ਨੇ। ਆਪਾਂ ਦੇਖਾਂਗੇ T ਦਾ ਕੋਡ ਸਾਡੇ ਕੋਲ ਹੈਗਾ, T ਆ ਸੀ, T ਦਾ ਕੋਡ 9 ਆ। ਆਪਾਂ ਉੱਤੇ ਲਿਖ ਲਿਆ ਨਾ, ਉੱਤੇ ਲਿਖ ਲਿਆ ਕਰੋ, ਸੌਖਾ ਹੋ ਜਾਂਦਾ। T ਦਾ ਕੋਡ 9 ਆ ਨਾ, ਇਹਦਾ ਮਤਲਬ ਆਪਾਂ T ਤੇ ਲਿਖ ਦਿੰਦੇ 9। O ਦਾ ਕੋਡ ਸਾਡੇ ਕੋਲ ਹੈਗਾ, O ਦਾ 2 ਆ, ਠੀਕ ਆ। M ਦਾ ਕੋਡ ਹੈਗਾ, M ਦਾ ਕੋਡ ਇੱਥੇ ਹੈਗਾ 1 ਆ। B ਦਾ ਕੋਡ ਹੈਗੀ ਹੈ 0, A ਦਾ ਕੋਡ ਹੈਗਾ 5 ਆ, Y ਦਾ ਕੋਡ ਹੈਗਾ 6 ਆ। ਮਤਲਬ 921.056। ਹੋ ਸਕਦਾ ਇੱਥੇ ਸਾਨੂੰ ਉਹਨਾਂ ਨੇ ਮੰਨ ਲਓ Z ਵੀ ਨਾਲ ਦਿੱਤਾ ਹੋਇਆ, ਉਹਦਾ ਕੋਡ ਹੈ ਨਹੀਂ, ਫਿਰ ਸਾਨੂੰ ਹੋਰ ਤਰੀਕਾ ਲੱਭਣਾ ਪਊਗਾ। ਇਹੋ ਜਿਹਾ ਸਵਾਲ ਵੀ ਕਈ ਵਾਰੀ ਆ ਜਾਂਦਾ ਹੁੰਦਾ। ਆਪਾਂ ਇਹ ਗੱਲ ਦਾ ਵੀ ਖਿਆਲ ਰੱਖਣਾ, ਠੀਕ ਹੈ ਜੀ, ਵੀ ਸਾਡੇ ਕੋਲ ਜਿੰਨੇ ਆ ਅੱਖਰ ਨੇ ਜੇ ਇਹਨਾਂ 'ਚ ਪਏ ਨੇ ਦੋਨਾਂ 'ਚ, ਤਾਂ ਸਵਾਲ ਸਾਡਾ ਸਿੱਧਾ ਨਿਕਲੂਗਾ। ਫਿਰ ਇਹਦੇ 'ਤੇ ਕੋਈ ਹੋਰ ਤਰੀਕਾ ਨਾ ਲਾਓ, ਸਿੱਧਾ ਕੱਢ ਕੇ ਪਾਰ ਮਾਰੋ। ਪਹਿਲਾ ਉੱਤਰ ਆ ਸਾਡੇ ਕੋਲ 921.056। ਆਪਾਂ ਇੱਥੋਂ ਕਨਫਰਮ ਵੀ ਕਰ ਲਿਆ, ਸਾਰੇ ਅੱਖਰਾਂ ਦੇ ਕੋਡ ਵੀ ਪਏ ਸੀ। ਇਹ ਹੋ ਗਿਆ ਸਾਡਾ ਦੂਜਾ ਤਰੀਕਾ। ਪਹਿਲਾ ਆਪਾਂ ਕਰ ਲਿਆ ਸਿੱਧਾ, ਇਹ ਆ ਗਿਆ ਦੂਜਾ ਤਰੀਕਾ, ਥੋੜ੍ਹਾ ਜਿਹਾ ਟੇਢਾ ਹੈਗਾ। ਹੁਣ ਆ ਗਿਆ ਸਾਡੇ ਕੋਲ ਅਗਲਾ। ਉਹ ਸਾਨੂੰ ਕਹਿੰਦਾ ਵੀ ਅਰੋਮਾ = 24
ਗ੍ਰੈਂਡ ਇਕੁਅਲ ਟੂ 22 ਕੁਆਲਿਟੀ ਇਕੁਅਲ ਟੂ ਹੈ ਨਾ। ਸਾਨੂੰ ਦੇਖਣ ਜਿਹਨੂੰ ਐਂ ਲੱਗਦਾ ਵੀ ਜੇ ਇੱਥੇ 20 ਲਿਖਿਆ ਹੁੰਦਾ ਆਪਾਂ 24 22 20 ਆਪਾਂ ਇੱਥੇ 20 ਕਰਕੇ ਭੱਜ ਜਾਂਦੇ। ਆਪਾਂ ਦੇਖੋ ਇੰਨੇ ਵੀ ਸੜੇ ਸੜੇ ਤੁੱਕੇ ਨਹੀਂ ਮਾਰਨੇ, ਇਹਨਾਂ ਦੀ ਡੀਕੋਡਿੰਗ ਚੰਗੇ ਤਰੀਕੇ ਨਾਲ ਕਰਨੀ ਆ। ਦੇਖੋ ਅਰੋਮਾ ਨੂੰ ਆਪਾਂ ਦੇਖਦੇ ਹਾਂ ਵੀ ਕੀ ਕਰੀਏ। ਪਹਿਲਾਂ ਆਪਾਂ ਚਲੋ ਪਲੱਸ ਵਾਲਾ ਤਾਂ ਕਰਕੇ ਦੇਖ ਹੀ ਲੈਂਦੇ ਹਾਂ। ਜਦੋਂ ਸਾਨੂੰ ਆਏ ਹੈ ਨਾ, ਇਹ ਤਾਂ ਸਾਡੇ ਕੋਲ 2 ਅੱਖਰ ਹੀ ਨੇ, ਇਹਦਾ ਆਪਾਂ ਕੋਡ ਵਰਡ 'ਚ ਵੀ ਇਹਨੂੰ ਵੰਡ ਸਕਦੇ ਵੀ ਆਪਾਂ ਇੱਥੇ A ਤੇ 2 ਲਿਖ ਦਈਏ, R ਤੇ 4। ਅੱਗੇ ਕੀ ਕਰਾਂਗੇ ਆਪਾਂ, ਆਪਣੀ ਤਾਂ ਗੱਡੀ ਖੜ ਜੂਗੀ ਨਾ। ਆਪਾਂ ਇਹਨਾਂ ਨੂੰ ਪਲੱਸ ਵਾਲਾ ਹੀ ਕੰਮ ਕਰਕੇ ਦੇਖਦੇ ਹਾਂ। A ਸਾਨੂੰ ਪਤਾ 1, R ਸਾਨੂੰ ਪਤਾ ਸਾਡੇ ਕੋਲ ਹੁੰਦਾ 18 ਹੈ ਨਾ, 1 + 18। O ਸਾਨੂੰ ਪਤਾ ਸਾਡੇ ਕੋਲ 15, M ਸਾਨੂੰ ਪਤਾ 13, ਇਹ ਸਾਡੇ ਕੋਲ ਫੇਰ 1। 18 ਤੇ 19, 19 ਤੇ 15 34, 34 ਤੇ 13 47 ਤੇ 48। ਲਓ ਜੀ ਸਾਡੇ ਕੋਲ 48 ਆ ਗਿਆ। ਗ੍ਰੈਂਡ ਦੇਖਦੇ ਹਾਂ। G ਸਾਡੇ ਕੋਲ 7, R ਸਾਡੇ ਕੋਲ ਆ ਗਿਆ 18, 7 + 18, A 1, N ਸਾਡੇ ਕੋਲ ਹੈਗਾ 14, D ਸਾਡੇ ਕੋਲ ਹੈਗਾ 4। 7 ਤੇ 18 25 ਤੇ 1 26, 26 ਤੇ 14 ਕਿੰਨੇ ਹੁੰਦੇ ਆ 40, 40 ਤੇ 4 44। ਇਹ ਆ ਗਿਆ ਸਾਡੇ ਕੋਲੇ, ਆ ਗਿਆ ਸਾਡੇ ਕੋਲ 48, ਆ ਗਿਆ ਸਾਡੇ ਕੋਲ 44। ਹੁਣ ਆਪਾਂ ਦੇਖਾਂਗੇ ਵੀ ਆਹ 48 ਆਇਆ ਸੀ, ਇਹਨਾਂ ਨੇ ਯਾਰ 24 ਲਿਖਿਆ ਹੈਗਾ। ਆਹ 44 ਆਇਆ, ਇਹਨਾਂ ਨੇ 22 ਲਿਖਿਆ। ਥੋੜ੍ਹਾ ਜਿਹਾ ਦਿਮਾਗ ਹੋਰ ਲਾਓ, ਠੰਡੇ ਮਤੇ ਨਾਲ ਵਿੱਚ ਜੇ ਝਾਕੋ, ਤੇ ਪੂਰੀ ਉਮੀਦ ਆ ਵੀ ਤੁਸੀਂ ਸਾਰਿਆਂ ਨੇ ਇਹ ਚੀਜ਼ ਫੜ ਲਈ ਹੋਣੀ ਵੀ ਸਾਨੂੰ ਕਹਾਣੀ ਸਮਝ ਆ ਗਈ। ਹੁਣ ਨਹੀਂ ਅਸੀਂ ਇਹ ਸਵਾਲ ਖੜਨ ਦਿੰਦੇ। ਆਹ 48 ਸੀ ਨਾ, ਉਹਨਾਂ ਨੇ 48 ਨੂੰ 2 ਤੇ ਵੰਡਤਾ, ਇੱਥੇ 24 ਲਿਖਤਾ। ਆਹ 44 ਆਇਆ ਸੀ, ਉਹਨਾਂ ਨੇ 2 ਤੇ ਵੰਡਤਾ, ਇੱਥੇ 22 ਲਿਖਤਾ। ਕਿਉਂਕਿ 22 ਦੂਣੀ 44 ਹੁੰਦੇ ਆ, 24 ਦੂਣੀ 48 ਹੁੰਦੇ ਆ। ਕਰਤੀ ਇਹਦੀ ਡੀਕੋਡਿੰਗ ਆਪਾਂ। ਹੁਣ ਆਪਾਂ ਅੱਗੇ ਦੇਖਾਂਗੇ ਕੁਆਲਿਟੀ ਨੂੰ ਕਿਵੇਂ ਕਰਨਾ। ਤੇ ਹੁਣ ਆਪਾਂ ਦੇਖਦੇ ਹਾਂ ਕੁਆਲਿਟੀ ਦੇ ਆਪਾਂ ਲਿਖਦੇ ਹਾਂ ਹੈ ਨਾ। K ਸਾਨੂੰ ਪਤਾ ਸਾਡੇ ਕੋਲੇ ਹੁੰਦੀ ਆ 11 ਪਲੱਸ, W ਸਾਡੇ ਕੋਲੇ ਹੁੰਦਾ ਗਾ 23 ਪਲੱਸ, A ਸਾਡੇ ਕੋਲੇ ਕੀ ਹੁੰਦਾ, A ਸਾਡੇ ਕੋਲੇ 1, L ਸਾਡੇ ਕੋਲੇ ਹੁੰਦਾ 12, I ਸਾਡੇ ਕੋਲੇ ਹੁੰਦਾ 9, T ਸਾਡੇ ਕੋਲੇ ਹੁੰਦਾ 20, Y ਸਾਡੇ ਕੋਲੇ ਹੁੰਦਾ 25। ਲਓ ਜੀ ਇਹਨਾਂ ਨੂੰ ਜੋੜ ਲੈਂਦੇ ਆ। 11 ਤੇ 23 34 ਤੇ 1 35, 35 ਤੇ 12 47, 47 ਤੇ 9 56, 56 ਤੇ 20 76, 76 ਤੇ 25 ਸਾਡੇ ਕੋਲ ਕਿੰਨੇ ਹੁੰਦੇ ਨੇ ਦੇਖੋ 101। ਲਓ ਜੀ 101 ਆ ਗਿਆ। ਹੁਣ ਇੱਥੇ ਜਿੰਨਾ ਆਇਆ ਸੀ ਉਹਨੂੰ 2 ਤੇ ਵੰਡਿਆ ਸੀ, ਇੱਥੇ ਜਿੰਨਾ ਆਇਆ ਸੀ ਉਹਨੂੰ 2 ਤੇ ਵੰਡਿਆ ਸੀ, ਫਿਰ 101 ਨੂੰ ਵੀ 2 ਤੇ ਵੰਡ ਦਿਆਂਗੇ ਆਪਾਂ। ਜਦੋਂ 101 ਨੂੰ 2 ਤੇ ਵੰਡਦੇ ਹਾਂ ਸਾਡੇ ਕੋਲ ਆ ਜਾਂਦਾ 50.5, ਕਿਉਂਕਿ 50.5 ਤੇ 50.5 101 ਹੋ ਗਿਆ ਹੈ ਨਾ। 50.5 ਆ ਗਿਆ, ਆਹ ਪਿਆ ਸਾਡੇ ਕੋਲ 50.5, ਇਹ ਤੇ ਲਾਵਾਂਗੇ ਟਿਕ। ਲਓ ਜੀ ਇਹ ਸੀ ਸਾਡਾ ਉੱਤਰ। ਕਹਿਣ ਦਾ ਮਤਲਬ ਇਹ ਆ ਵੀ ਜਦੋਂ ਅਸੀਂ ਇਹਨਾਂ ਦੀ ਡੀਕੋਡਿੰਗ ਕਰਨੀ ਆ, ਅਸੀਂ ਸਿਮੈਟਰੀ ਚੈੱਕ ਕਰਨੀ ਹੁੰਦੀ ਆ ਵੀ ਕਿੰਨੀ ਕੁ ਚੀਜ਼ ਵੱਧ ਰਹੀ ਆ, ਕਿੰਨੀ ਕੁ ਘਟ ਰਹੀ ਆ। ਹੁਣ ਹੋ ਸਕਦਾ ਸਾਨੂੰ ਉਹਨਾਂ ਨੇ ਮੰਨ ਲਓ ਇੱਥੇ ਐਪਲ ਦਿੱਤਾ ਹੈ ਨਾ, ਐਪਲ ਇਕੁਅਲ ਟੂ, ਇੱਥੇ ਸਾਨੂੰ ਉਹਨਾਂ ਨੇ ਦਿੱਤਾ ਬੈਟ ਇਕੁਅਲ ਟੂ। ਹੋ ਸਕਦਾ ਉਹਨਾਂ ਨੇ ਜਦੋਂ ਆਪਦੀ ਕੋਡਿੰਗ ਕਰਨੀ ਹੋਵੇ, ਉਹਨਾਂ ਨੇ ਐਪਲ 1 ਹੁੰਦਾ ਨਾ, ਇਹਦਾ 2 ਰੱਖ ਲਿਆ ਹੋਵੇ। P ਸਾਡੇ ਕੋਲ ਕਿੰਨਾ ਹੁੰਦਾ 16, ਇਹਨੂੰ 17 ਰੱਖਤਾ ਹੋਵੇ, ਆ ਵੀ ਫਿਰ 17 ਆ ਜੂ। L ਸਾਡੇ ਕੋਲ ਕਿੰਨਾ ਹੁੰਦਾ 12, ਇਹਨੂੰ 13 ਰੱਖਤਾ ਹੋਵੇ। E ਸਾਡੇ ਕੋਲ 5 ਹੁੰਦਾ, ਇਹਨੂੰ 6 ਰੱਖਤਾ ਹੋਵੇ। ਇੱਕ ਨੰਬਰ ਵਧਾਤਾ ਹੋਵੇ, ਉਹ ਵੀ ਅਸੀਂ ਚੀਜ਼ ਫੜਨੀ ਆ। ਦੇਖਣਾ ਗਾ ਵੀ ਕਿਤੇ ਇੱਕ ਨੰਬਰ ਵਧਾ ਕੇ ਤਾਂ ਨਹੀਂ ਕਰਿਆ ਜਾਂ ਘਟਾ ਕੇ ਤਾਂ ਨਹੀਂ ਕਰਿਆ। ਕਹਿਣ ਦਾ ਮਤਲਬ ਇਹ ਆ ਵੀ ਅਸੀਂ ਮੌਕੇ 'ਤੇ ਸਿਮੈਟਰੀ ਚੈੱਕ ਕਰਨੀ ਆ। ਇਹ ਵੀ ਚੈੱਕ ਕਰ ਲਾਂਗੇ। ਦੇਖੋ ਹੋ ਸਕਦਾ ਉਹਨਾਂ ਨੇ ਲਿਖਿਆ ਹੋਵੇ 2 ਤੇ 17 ਹੁੰਦੇ ਆ ਹੈ ਨਾ, 19 ਤੇ 17 36, 36 ਤੇ 13 49 ਤੇ 6 55, ਇਹਨੂੰ 55 ਲਿਖਤਾ ਹੋਵੇ। ਆਹ ਬੈਟ ਆ ਸਾਡੇ ਕੋਲੇ, B 2 ਹੁੰਦਾ, ਇਹਨੂੰ 3 ਲਿਖਤਾ ਹੋਵੇ। A 1 ਹੁੰਦਾ, ਇਹਨੂੰ 2 ਲਿਖਤਾ ਹੋਵੇ। T ਸਾਡੇ ਕੋਲੇ 20 ਹੁੰਦਾ, ਇਹਨੂੰ 21 ਲਿਖਤਾ ਹੋਵੇ। 21 ਤੇ 2 23 ਤੇ 3 26, ਹੋ ਸਕਦਾ ਇਹਨੂੰ 26 ਲਿਖਤਾ ਹੋਵੇ। ਹੁਣ ਅਸੀਂ ਜਦੋਂ ਚੈੱਕ ਕਰਾਂਗੇ, ਅਸੀਂ ਤਾਂ ਇਹਨੂੰ B ਨੂੰ 2 ਹੀ ਲਿਖਾਂਗੇ। ਜਦੋਂ ਅਸੀਂ ਹੱਲ ਕਰਨਾ ਉਹ A ਨੂੰ 1 ਲਿਖਾਂਗੇ, T ਨੂੰ ਅਸੀਂ ਲਿਖਾਂਗੇ 20। ਅਸੀਂ ਕਹਾਂਗੇ 20 ਤੇ 21 ਤੇ 2 23, ਅਸੀਂ ਉਹਨੇ 23 ਲਿਖ ਲਾਂਗੇ। ਅਸੀਂ ਕਹਾਂਗੇ ਯਾਰ ਇਹਨੇ 23 ਦਾ 26 ਬਣਾਇਆ ਹੋਇਆ। ਇੱਥੇ ਸਾਡੇ ਕੋਲ ਕਿੰਨਾ ਆ ਜਾਊਗਾ ਫਿਰ ਜਦੋਂ ਇੱਕ ਘਟਾਤਾ, ਇੱਥੇ ਸਾਡੇ ਕੋਲ 50 ਆਊਗਾ। ਵੀ ਇਹਨਾਂ ਨੇ 50 ਦਾ 55 ਬਣਾਤਾ, 23 ਦਾ 26 ਬਣਾਇਆ ਹੋਇਆ। ਯਾਰ ਵੀ ਚੱਕਰ ਕੀ ਆ। ਫਿਰ ਆਪਾਂ ਦੇਖਾਂਗੇ ਇੱਥੇ 3 ਅੱਖਰ ਨੇ, ਵੀ ਕੀ ਪਤਾ ਤਿੰਨਾਂ 'ਚ ਇੱਕ ਵਧਾਤਾ ਹੋਵੇ। 23 ਤੇ 3 26, ਇੱਥੇ ਅੱਖਰ 5 ਨੇ, ਉਹ ਵੀ ਦੇਖ ਲੈਣਾ ਆਪਾਂ। ਉਰੇ 5 ਅੱਖਰ ਨੇ, ਉਰੇ 3 ਨੇ। ਇੱਥੇ ਦੇਖਣਾ ਪਲੱਸ ਉਰੇ 3 ਹੋ ਰਿਹਾ, ਉਰੇ ਪਲੱਸ 5 ਹੋ ਰਿਹਾ, ਵੀ ਇਹ ਕਿਹਦੇ ਨਾਲ ਰਲਦਾ ਹੋ ਸਕਦਾ। ਆਹ ਅੱਖਰ 3 ਨੇ, ਇਹਦਾ ਮਤਲਬ 3 ਨਾਲ ਰਲਦਾ। ਆਹ ਅੱਖਰ 5 ਨੇ, ਇਹਦਾ ਮਤਲਬ ਇੱਥੇ 5 ਜੁੜ ਰਿਹਾ। ਹੋ ਸਕਦਾ ਇੱਕ ਅੱਖਰ ਚੱਕਦਾ ਹੋਵੇ, ਅਸੀਂ ਵਧਾ ਕੇ ਜੋੜ ਕੇ ਦੇਖ ਲਈਏ। ਅਸੀਂ B ਨੂੰ 2 ਦੀ ਥਾਂ ਤੇ 3 ਲਿਖ ਕੇ ਦੇਖ ਲਈਏ, A ਨੂੰ 1 ਦੀ ਥਾਂ ਤੇ 2 ਲਿਖ ਕੇ ਦੇਖ ਲਈਏ। ਛੇਤੀ ਲਿਖ ਕੇ ਦੇਖ ਲਓ। ਹਾਂ ਵੀ ਜੇ ਗੱਲ ਬਣਦੀ ਆ ਤਾਂ ਠੀਕ ਆ, ਐਂ ਕਰ ਲੈਂਦੇ ਆਪਾਂ। ਠੀਕ ਹੈ ਜੀ। ਹੋ ਸਕਦਾ ਸਾਨੂੰ ਹੋਰ ਕੋਈ ਵੀ ਆ ਸਕਦਾ। ਹੁਣ ਇੱਥੇ ਜਿਵੇਂ 48 ਸੀ ਹੈ ਨਾ, ਹੋ ਸਕਦਾ ਉਹਨਾਂ ਨੇ 48 ਦਾ ਉਰੇ 96 ਲਿਖਿਆ ਹੁੰਦਾ। ਆਹ 44 ਸੀ, ਇੱਥੇ ਉਹਨਾਂ ਨੇ 88 ਲਿਖਿਆ ਹੁੰਦਾ। ਲਿਖ ਸਕਦੇ ਨੇ ਉਹ। ਹੋ ਸਕਦਾ 2 ਨਾਲ ਗੁਣਾ ਕਰਤੀ ਹੁੰਦੀ,
ਐਡੀ ਕੁ ਗੱਲ ਹੀ ਆ। ਆਪਾਂ ਚੈੱਕ ਕਰਨਾਗਾ ਵੀ ਇਹਨਾਂ ਨੇ ਕਰਿਆ ਕੀ ਆ, ਉਵੇਂ ਹੀ ਆਪਾਂ ਫਿਰ ਅਗਲੇ ਦਾ ਕਰ ਦੇਣਾ ਤੇ ਉੱਤਰ ਕੱਢ ਲੈਣਾ। ਪੂਰੀ ਉਮੀਦ ਕਰਦੇ ਆ ਵੀ ਤੁਹਾਨੂੰ ਸਾਰਿਆਂ ਨੂੰ ਇਹ ਕਹਾਣੀ ਸਮਝ ਆ ਗਈ ਹੋਊ। ਤੇ ਲਓ ਜੀ, ਪਿੱਛੇ ਹੁਣ ਪ੍ਰੈਕਟਿਸ ਵਾਲੇ ਆ ਗਏ ਪ੍ਰਸ਼ਨ, ਉਹਨਾਂ ਦਾ ਹੱਲ ਕਰਕੇ ਕਮੈਂਟ ਜ਼ਰੂਰ ਕਰੋ ਵੀ ਇਹਦਾ ਆ ਉੱਤਰ। ਤੇ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।